ਹੈਲੋ ਦੋਸਤੋ, ਮੇਰੇ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਅਧਿਆਇ 6 ਦੇ ਅਭਿਆਸ 6.2 ਐਕਸਰਸਾਈਜ਼ 6.2 ਜੋ ਕਿ ਤ੍ਰਿਭੁਜ ਦੇ ਆਧਾਰਿਤ ਹੈ, ਟ੍ਰਾਈਐਂਗਲਸ। ਸੋ ਕੁਐਸਚਨ ਨੰਬਰ 1 ਦੇ ਵਿੱਚ ਸਾਨੂੰ ਕੀ ਗਿਵਨ ਹੈ? ਇਨ ਫਿਗਰ 6.17 ਪਾਰਟ 1 ਫਾਈਂਡ EC ਇਫ DE ਇਜ਼ ਪੈਰਲਲ ਟੂ BC। ਸੋ ਜੋ ਵਿਦਿਆਰਥੀ ਪੰਜਾਬੀ ਮਾਧਿਅਮ ਦੇ ਨੇ ਉਹ ਘਬਰਾਉਣ ਨਾ, ਤਾਂ ਮੈਂ ਜਿਹੜੇ ਕੁਐਸਚਨ ਤੁਹਾਡੀ ਸਕਰੀਨ ਦੇ ਉੱਪਰ ਅੰਗਰੇਜ਼ੀ ਮਾਧਿਅਮ ਦੇ ਵਿੱਚ ਇੰਗਲਿਸ਼ ਲੈਂਗੁਏਜ ਦੇ ਵਿੱਚ ਡਿਸਪਲੇ ਹੋ ਰਹੇ ਨੇ, ਇਹਨਾਂ ਨੂੰ ਪੰਜਾਬੀ ਦੇ ਵਿੱਚ ਵੀ ਆਪਾਂ ਡਿਸਕਸ ਕਰਾਂਗੇ। ਸੋ ਸਾਨੂੰ ਗਿਵਨ ਕੀ ਹੈ, ਦਿੱਤਾ ਕੀ ਗਿਆ ਹੈ ਕਿ DE ਜਿਹੜੀ ਹੈ ਉਹ BC ਦੇ ਸਮਾਨਾਂਤਰ ਹੈ। ਸੋ ਇੱਕ ਤ੍ਰਿਭੁਜ ਹੈ ਸਾਡੇ ਪਾਸ, ਦਿੱਤਾ ਕੀ ਗਿਆ ਹੈ, ਗਿਵਨ ਕੀ ਹੈ ਸਾਨੂੰ, ਤ੍ਰਿਭੁਜ ABC। ਇਸ ਤ੍ਰਿਭੁਜ ਦੇ ਵਿੱਚ ਜਿਹੜੀ ਇਹ DE ਲਾਈਨ ਹੈ ਇਹ ਪੈਰਲਲ ਦਿੱਤੀ ਹੈ, ਸਾਨੂੰ ਸਮਾਨਾਂਤਰ ਦਿੱਤੀ ਹੈ BC ਦੇ। ਸੋ DE ਪੈਰਲਲ ਹੈ BC ਦੇ। ਸੋ ਜੇਕਰ ਅਸੀਂ ਯਾਦ ਕਰੀਏ ਕਿ ਇਹ ਵਾਲੀ ਦੋ ਕੰਡੀਸ਼ਨਾਂ ਜਿਹੜੀਆਂ ਨੇ ਉਹ ਕਿਸ ਥਿਊਰਮ ਦੇ ਵਿੱਚ ਨੇ, ਸਾਡੇ ਪਾਸ ਹੈ ਥੇਲਜ਼ ਥਿਊਰਮ। ਸੋ ਇਹ ਜਿਹੜਾ ਪ੍ਰਸ਼ਨ ਹੈ ਇਹ ਥੇਲਜ਼ ਥਿਊਰਮ ਦੇ ਆਧਾਰਿਤ ਹੈ। ਸੋ ਥੇਲਜ਼ ਥਿਊਰਮ ਸਾਨੂੰ ਕੀ ਦੱਸਦੀ ਹੈ ਕਿ ਕਿਸੇ ਤ੍ਰਿਭੁਜ ਦੇ ਵਿੱਚ ਜੇਕਰ ਇੱਕ ਲਾਈਨ ਅਸੀਂ ਦੂਸਰੀ ਲਾਈਨ ਦੇ ਸਮਾਨਾਂਤਰ ਬਣਾਉਂਦੇ ਹਾਂ ਤਾਂ ਉਹ ਜਿਹੜੀਆਂ ਤ੍ਰਿਭੁਜ ਦੀਆਂ ਦੋ ਭੁਜਾਵਾਂ ਨੇ ਉਹਨਾਂ ਨੂੰ ਬਰਾਬਰ ਅਨੁਪਾਤ ਦੇ ਵਿੱਚ ਵੰਡਦੀ ਹੈ। ਇਟ ਡਿਵਾਈਡਸ ਦ ਰਿਮੇਨਿੰਗ ਟੂ ਸਾਈਡਸ ਇਨ ਇਕੁਅਲ ਰੇਸ਼ੋ, ਭਾਵ AD ਓਵਰ BD। ਸੋ ਸਾਡੇ ਪਾਸ ਕੀ ਹੋਏਗਾ, AD ਓਵਰ BD must be equal to AE over EC। सो मेरे पास AD गिवन है 1.5, DB गिवन है 3 जो BD है साड़ी, AE गिवन है 1 ਤੇ EC मिसिंग है जो कि ਅਸੀਂ फाइंड करनी है। सो मैं AD ਦੀ ਜਿਹੜੀ ਵੈਲਿਊ ਪੁੱਟ ਕਰ ਦਿੰਦਾ, दैट इज 1.5 सेंटीमीटर डिवाइडेड बाय BD मेरे पास कितनी है 3 सेंटीमीटर, दैट इज इक्वल टू AE कितनी है 1 ओवर EC मेरे पास की है नहीं है, पता करनी है असी। सो 1.5 का सी जो डेसीमल है वो रिमूव कर लेने हैं। डेसीमल तो बाद सिंगल डिजिट है, सिर्फ एक डिजिट है, तो नीचे असी इस एक डिजिट के लिए 10 लगा देंगे। 3 × 10 इज 30, 3 × 10 की बनेगा 30 बराबर है 1/EC। सो जो 15 ਤੇ 30 ਨੇ ਕੱਟਦੇ ਨੇ, 15 1 इज 15, 15 2 इज 30, 15 एकम 15, 15 दूनी 30। सो भाव ਸਾਡੇ ਪਾਸ ਕੀ ਬਚ ਜਾਂਦਾ ਹੈ 1/2 ਬਰਾਬਰ ਹੈ 1/EC। ਸੋ ਇੱਥੋਂ ਅਸੀਂ ਤਿਰਛੀ ਗੁਣਾ ਕਰ ਸਕਦੇ ਹਾਂ ਜਾਂ ਅਸੀਂ ਇਹਨਾਂ ਨੂੰ ਕੰਪੇਅਰ ਕਰ ਸਕਦੇ ਹਾਂ। ਉੱਪਰ 1 ਹੈ ਤਾਂ EC ਕਿੰਨੀ ਹੋਣੀ ਚਾਹੀਦੀ ਹੈ 2 ਹੋਣੀ ਚਾਹੀਦੀ ਹੈ, ਜਾਂ ਅਸੀਂ ਤਿਰਛੀ ਗੁਣਾ ਕਰ ਲੈਂਦੇ ਹਾਂ ਕ੍ਰੋਸ ਮਲਟੀਪਲਾਈ। ਸੋ EC ਦਾ ਮੁੱਲ ਸਾਡੇ ਪਾਸ ਕਿੰਨਾ ਆ ਗਿਆ 2 सेंटीमीटर, 2 सेंटीमीटर। इस तरह इसका जो पार्ट 2 है इस क्वेश्चन का, क्वेश्चन नंबर 1 का, उस दे विच AD जिहड़ी है वो मिसिंग है, BD गिवन है, AE गिवन है, EC गिवन है। तो इस दे विच भी असीं ये वाला पार्ट जिहड़ा है ये फाइंड कर लांगे थेल्स थ्योरम यूज़ करके। इस दे विच असीं AD ਦੀ ਵੈਲਿਊ ਛੱਡ ਦਿਆਂਗੇ ਤੇ ਬਾਕੀ ਜੋ ਵੈਲਿਊਜ਼ ਨੇ ਉਹ ਸਬਸਟੀਟਿਊਟ ਕਰ ਦਿਆਂਗੇ। ਸੋ ਇਹ ਕੁਐਸਚਨ ਵੀ ਅਸੀਂ ਜਿਹੜਾ ਹੈ ਡਿਸਕਸ ਕਰ ਲੈਂਦੇ ਹਾਂ। ਸੋ ਪਾਰਟ 2 ਦੇ ਵਿੱਚ ਸਾਨੂੰ ਕੀ ਗਿਵਨ ਹੈ, ਦਿੱਤਾ ਕੀ ਗਿਆ ਹੈ, ਦਿੱਤਾ ਗਿਆ ਹੈ ਗਿਵਨ ਕੀ ਹੈ ਟ੍ਰਾਈਐਂਗਲ ABC। ਇਸ ਦੇ ਵਿੱਚ ਵੀ ਸਾਨੂੰ ਗਿਵਨ ਹੈ DE ਇਜ਼ ਪੈਰਲਲ ਟੂ BC। DE ਜੋ ਹੈ ਉਹ BC ਦੇ ਸਮਾਨਾਂਤਰ ਹੈ ਤੇ ਅਸੀਂ ਫਾਈਂਡ ਕੀ ਕਰਨਾ ਹੈ AD ਇਹ ਸਾਡੀ ਮਿਸਿੰਗ ਹੈ, ਕੁਐਸਚਨ ਮਾਰਕ ਹੈ। ਸੋ ਜਦੋਂ ਕਦੇ ਵੀ ਫਿਰ ਤੋਂ ਅਸੀਂ ਗੱਲ ਕਰ ਲੈਂਦੇ ਕਿ ਜਦੋਂ ਕਦੇ ਵੀ ਲਾਈਨ ਸਾਨੂੰ ਸਮਾਨਾਂਤਰ ਦਿੱਤੀ ਜਾ ਹੋਵੇ ਤਾਂ ਇਹ ਕਿਸ ਥਿਊਰਮ ਦੇ ਬੇਸਡ ਕੁਐਸਚਨ ਹੈ, ਥੇਲਜ਼ ਥਿਊਰਮ ਦੇ। ਸੋ ਇਸ ਗੱਲ ਨੂੰ ਮਾਈਂਡ ਦੇ ਵਿੱਚ ਰੱਖਣਾ ਹੈ, ਥੇਲਜ਼ ਥਿਊਰਮ। ਸੋ ਬਾਈ ਥੇਲਜ਼ ਥਿਊਰਮ, ਥੇਲਜ਼ ਥਿਊਰਮ ਸਾਨੂੰ ਕੀ ਦੱਸਦੀ ਹੈ ਕਿ ਜਦੋਂ ਕਦੇ ਵੀ ਅਸੀਂ ਇੱਕ ਲਾਈਨ ਜਿਹੜੀ ਹੈ ਕਿਸੇ ਇੱਕ ਭੁਜਾ ਦੇ ਸਮਾਨਾਂਤਰ ਡਰਾਅ ਕਰਦੇ ਹਾਂ ਤਾਂ ਬਾਕੀ ਦੀਆਂ ਭੁਜਾਵਾਂ ਨੂੰ ਬਰਾਬਰ ਅਨੁਪਾਤ ਵਿੱਚ ਵੰਡਦੀ ਹੈ। ਡਿਵਾਈਡਸ ਦ ਟੂ ਸਾਈਡਸ ਇਨ ਇਕੁਅਲ ਰੇਸ਼ੋ। ਸੋ AD ਓਵਰ BD ਮਸਟ ਬੀ ਇਕੁਅਲ ਟੂ AE ਓਵਰ EC।
ਸੋ ਇਹ ਦੋਨੇ ਕੀ ਹੋਣੇ ਚਾਹੀਦੇ ਨੇ, ਅਨੁਪਾਤ ਬਰਾਬਰ ਹੋਣੇ ਚਾਹੀਦੇ ਨੇ। ਸੋ ਏ ਡੀ ਅਸੀਂ ਫਾਈਂਡ ਕਰਨੀ ਹੈ, ਏ ਡੀ ਨੂੰ ਅਸੀਂ ਏ ਡੀ ਰੱਖ ਲੈਂਦੇ ਹਾਂ ਅਤੇ ਬੀ ਡੀ ਸਾਨੂੰ ਗਿਵਨ ਹੈ, ਦੈਟ ਇਜ਼ 7.2 ਸੈਂਟੀਮੀਟਰ। ਦਿਸ ਇਜ਼ ਇਕੁਅਲ ਟੂ ਏ ਈ, ਇਹ ਸਾਡੇ ਪਾਸ 1.8 ਹੈ, ਡਿਵਾਈਡਡ ਬਾਏ ਈ ਸੀ ਸਾਡੇ ਪਾਸ 5.4 ਹੈ, 5.4 ਸੈਂਟੀਮੀਟਰ। ਸੋ ਨੈਕਸਟ ਸਟੈਪ ਦੇ ਵਿੱਚ ਅਸੀਂ ਇਹਨਾਂ ਸਾਰਿਆਂ ਦੇ ਜਿਹੜੇ ਡੈਸੀਮਲ ਨੇ ਉਹ ਰਿਮੂਵ ਕਰ ਲੈਂਦੇ ਹਾਂ। ਸੋ ਦਿਸ ਸਿੰਪਲਾਈਜ਼ ਏ ਡੀ ਇੰਟੂ 10। ਇਸ ਦਾ ਜਦੋਂ ਅਸੀਂ ਡੈਸੀਮਲ ਰਿਮੂਵ ਕਰਾਂਗੇ ਤਾਂ ਅਸੀਂ ਉੱਪਰ ਵਾਲੀ ਸਾਈਡ ਜਿਹੜਾ ਹੈ 10 ਲਗਾ ਲਾਂਗੇ, ਕਿਉਂਕਿ ਡੈਸੀਮਲ ਤੋਂ ਬਾਅਦ ਸਿੰਗਲ ਡਿਜਿਟ ਹੈ। ਇਸੇ ਤਰ੍ਹਾਂ 18/18 ਦੇ ਲਈ ਨੀਚੇ 10 ਲੱਗੇਗਾ ਅਤੇ 5.4 ਦੇ ਲਈ ਉੱਪਰ 10 ਲੱਗੇਗਾ। 5.4 ਤੋਂ ਵਿੱਚ ਜਿਹੜਾ ਡੈਸੀਮਲ ਪਾਰਟ ਹੈ ਉਸ ਦੇ ਵਿੱਚ ਸਿਰਫ ਇੱਕ ਡਿਜਿਟ ਹੈ, ਉਸ ਦੇ ਲਈ ਮੈਂ ਉੱਪਰ 10 ਲਾਇਆ ਹੈ। ਇਸੇ ਤਰ੍ਹਾਂ 1.8 ਦੇ ਵਿੱਚ ਇੱਕ ਡਿਜਿਟ ਹੈ ਡੈਸੀਮਲ ਤੋਂ ਬਾਅਦ, ਇਸ ਦੇ ਲਈ ਮੈਂ ਨੀਚੇ 10 ਯੂਜ਼ ਕੀਤਾ ਹੈ। ਸੋ 10 ਕੈਂਸਲਸ ਵਿਦ 10। ਸੋ 18 ਦੇ ਪਹਾੜੇ ਦੇ ਵਿੱਚ 54 ਆਉਂਦਾ, 18 ਤੀਏ 54। ਸੋ ਸਾਡੇ ਪਾਸ ਕੀ ਰਹਿ ਜਾਂਦਾ ਹੈ 10/72, ਇੱਥੇ ਰਹਿ ਜਾਂਦਾ ਸਾਡੇ ਪਾਸ 1/3। ਸੋ ਅਸੀਂ ਇੱਥੋਂ 72 ਨੂੰ ਉੱਪਰ ਮਲਟੀਪਲਾਈ ਕਰ ਦਿੰਦੇ ਹਾਂ। ਸੋ ਏ ਡੀ ਮੇਰੇ ਪਾਸ ਕੀ ਆ ਜਾਏਗਾ 72 ਇੰਟੂ 1 ਇਜ਼ 72। 10 ਨੂੰ ਅਸੀਂ ਨੀਚੇ ਲੈ ਆਉਂਦੇ ਹਾਂ, 3 ਇੰਟੂ 10। ਸੋ 3 ਜੋ ਹੈ 72 ਦੇ ਨਾਲ ਕੈਂਸਲ ਹੋ ਜਾਏਗਾ। ਇਸ ਨੂੰ ਅਸੀਂ ਚੈੱਕ ਕਰ ਸਕਦੇ ਹਾਂ ਕਿ 3 ਦੇ ਪਹਾੜੇ 'ਤੇ ਆਉਂਦਾ ਹੈ ਜਾਂ ਨਹੀਂ ਆਉਂਦਾ। 72 ਜੋ ਹੈ 3 ਦੇ ਨਾਲ ਕੈਂਸਲ ਆਊਟ ਹੁੰਦਾ ਹੈ ਜਾਂ ਨਹੀਂ ਹੁੰਦਾ। ਇਸ ਦੇ ਡਿਜਿਟਸ ਨੂੰ ਅਸੀਂ ਐਡ ਅਪ ਕਰ ਸਕਦੇ ਹਾਂ। 7 + 2 ਇਜ਼ 9। ਸੋ 9 ਜੋ ਹੈ 3 ਦੇ ਟੇਬਲ 'ਤੇ ਆਉਂਦਾ ਹੈ, ਤਾਂ 72 ਵੀ ਜੋ ਹੈ 3 ਦੇ ਟੇਬਲ ਦੇ ਵਿੱਚ ਜ਼ਰੂਰ ਆਏਗਾ। ਸੋ 24 ਤੀਏ 72, ਤਾਂ ਕਿੰਨੇ 'ਤੇ ਕੈਂਸਲ ਆਊਟ ਹੋਏਗਾ 24 'ਤੇ। ਤਾਂ ਸਾਡੇ ਪਾਸ ਏ ਡੀ ਕਿੰਨਾ ਆ ਗਿਆ ਹੈ, ਏ ਡੀ ਇਜ਼ ਇਕੁਅਲ ਟੂ 24/10 ਸੈਂਟੀਮੀਟਰ। ਤਾਂ ਨੀਚੇ 10 ਹੈ ਤਾਂ ਤੁਸੀਂ ਇੱਕ ਡਿਜਿਟ ਛੱਡ ਕੇ ਡੈਸੀਮਲ ਵੀ ਲਗਾ ਸਕਦੇ ਹੋ, 2.4 ਸੈਂਟੀਮੀਟਰ। ਸੋ ਦੋਸਤੋ, ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ, ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓਜ਼ ਦੇ ਰੈਗੂਲਰ ਅਪਡੇਟਸ ਜਿਹੜੇ ਨੇ ਉਹ ਮਿਲਦੇ ਰਹਿਣ। ਇਸ ਤੋਂ ਬਾਅਦ ਅਸੀਂ ਇਸੇ ਵੀਡੀਓ ਦੇ ਵਿੱਚ ਕੁਐਸਚਨ ਨੰਬਰ 2 ਡਿਸਕਸ ਕਰ ਲੈਂਦੇ ਹਾਂ। ਸੋ ਕੁਐਸਚਨ ਨੰਬਰ 2 ਦੇ ਵਿੱਚ E and F are points on the sides P, Q and P R respectively of a triangle PQR। ਸੋ ਸਾਡੇ ਪਾਸ ਇੱਕ ਟਰਾਈਐਂਗਲ PQR, ਇੱਕ ਤ੍ਰਿਭੁਜ ਦਿੱਤੀ ਹੈ ਸਾਨੂੰ, ਦਿੱਤਾ ਕੀ ਗਿਆ ਸਾਨੂੰ, ਗਿਵਨ ਕੀ ਹੈ ਟਰਾਈਐਂਗਲ PQR। ਇਸ ਦਾ ਅਸੀਂ ਇੱਕ ਰਫ ਸਕੈਚ ਡਰਾ ਕਰ ਲੈਂਦੇ ਹਾਂ। ਤ੍ਰਿਭੁਜ PQR, ਸਪੋਜ਼ ਇਹ ਸਾਡੇ ਪਾਸ ਇੱਕ ਤ੍ਰਿਭੁਜ ਹੈ PQR। E and F are points on the sides P, Q and PR। PQ ਦੇ ਉੱਪਰ ਇੱਕ ਪੁਆਇੰਟ E ਹੈ, ਇਸੇ ਤਰ੍ਹਾਂ PR ਦੇ ਉੱਪਰ ਇੱਕ ਪੁਆਇੰਟ F ਹੈ, ਤੇ ਇਹਨਾਂ ਦੋਨਾਂ ਨੂੰ ਕੀ ਕਰਿਆ ਗਿਆ, ਮਿਲਾਇਆ ਗਿਆ ਹੈ। ਫॉर ਈਚ ਆਫ ਦਾ ਫੋਲੋਇੰਗ ਕੇਸਿਸ, ਸਾਡੇ ਪਾਸ 3 ਕੇਸ ਦਿੱਤੇ ਗਏ ਨੇ, ਪਾਰਟ 1, ਪਾਰਟ 2, ਪਾਰਟ 3। ਇਹਨਾਂ 3 ਕੇਸਿਸ ਦੇ ਵਿੱਚ ਸਟੇਟ ਵੈਦਰ EF ਇਜ਼ ਪੈਰਲਲ ਟੂ QR, ਕੀ EF ਜਿਹੜੀ ਹੈ ਉਹ QR ਦੇ ਸਮਾਨਾਂਤਰ ਹੈ ਜਾਂ ਨਹੀਂ, ਅਸੀਂ ਪ੍ਰੂਵ ਕਰਨਾ ਹੈ, ਚੈੱਕ ਕਰਨਾ ਹੈ ਅਸੀਂ, ਜਾਂ ਸਿੱਧ ਕਰਨਾ ਹੈ that EF is parallel to QR। ਤਾਂ ਅਸੀਂ ਥੇਲਸ ਥਿਊਰਮ ਦੇ ਵਿੱਚ ਪੜ੍ਹਿਆ ਹੈ ਕਿ ਜਦੋਂ ਕਦੇ ਵੀ ਇਹ ਲਾਈਨ ਇਸ ਲਾਈਨ ਦੇ ਸਮਾਨਾਂਤਰ ਹੋਏਗੀ, ਪੈਰਲਲ ਹੋਏਗੀ, ਤਾਂ ਇਹਨਾਂ ਦੋ ਸਾਈਡਾਂ ਨੂੰ ਬਰਾਬਰ ਅਨੁਪਾਤ ਦੇ ਵਿੱਚ ਵੰਡੇਗੀ। ਭਾਵ PE/EQ ਬਰਾਬਰ ਹੋਏਗਾ PF/FR ਦੇ। ਇਸੇ ਤਰ੍ਹਾਂ ਥੇਲਸ ਥਿਊਰਮ ਦਾ ਜੋ ਕਨਵਰਸ ਹੈ, ਜੋ ਉਸ ਦਾ ਉਲਟ ਹੈ, ਉਹ ਵੀ ਬਿਲਕੁਲ ਟਰੂ ਹੈ ਕਿ ਜੇਕਰ ਇਹ ਦੋ ਅਨੁਪਾਤ ਜਿਹੜੇ ਨੇ ਉਹ ਬਰਾਬਰ ਹੋਣ ਤਾਂ ਇਹ ਵਾਲੀਆਂ ਜਿਹੜੀਆਂ ਲਾਈਨਾਂ ਹੋਣਗੀਆਂ ਇਹ ਸਮਾਨਾਂਤਰ ਹੋਣਗੀਆਂ। ਸੋ ਅਸੀਂ ਇਸ ਕੁਐਸਚਨ ਦੇ ਵਿੱਚ ਤਿੰਨੇ ਕੇਸਿਸ ਦੇ ਵਿੱਚ ਜਿਹੜਾ ਅਨੁਪਾਤ ਹੈ PE/EQ, ਇਹ ਚੈੱਕ ਕਰਾਂਗੇ ਕਿ ਬਰਾਬਰ ਹੈ PF/FR ਦੇ। ਸੋ ਅਸਲ ਦੇ ਵਿੱਚ ਅਸੀਂ ਕੀ ਚੈੱਕ ਕਰਨਾ ਹੈ, ਇਜ਼ ਕੀ PE/EQ ਬਰਾਬਰ ਹੈ PF/FR
ਓਵਰ ਐਫ ਆਰ ਦੇ। ਸੋ ਅਸੀਂ ਤਿੰਨੋਂ ਕੇਸਿਸ ਦੇ ਵਿੱਚ ਇਹ ਚੈੱਕ ਕਰਾਂਗੇ। ਜੇਕਰ ਇਹ ਬਰਾਬਰ ਆ ਜਾਂਦਾ ਹੈ ਤਾਂ ਲਾਈਨਾਂ ਸਮਾਨਾਂਤਰ ਨੇ, ਪੈਰਲਲ ਨੇ। ਜੇਕਰ ਇਹ ਬਰਾਬਰ ਨਹੀਂ ਆਉਂਦਾ ਤਾਂ ਇਹ ਲਾਈਨਾਂ ਸਮਾਨਾਂਤਰ ਨਹੀਂ ਨੇ, ਦੀਜ਼ ਆਰ ਨਾਟ ਪੈਰਲਲ। ਸੋ ਫਸਟ ਕੇਸ ਦੇ ਵਿੱਚ ਪੀ ਈ ਕਿੰਨਾ ਦਿੱਤਾ ਹੈ ਮੈਨੂੰ, ਪੀ ਈ ਇਜ਼ ਇਕੁਅਲ ਟੂ 3.9। ਸੋ ਅਸੀਂ ਡਾਇਰੈਕਟਲੀ ਇੱਥੋਂ ਵੈਲਿਊ ਸਬਸਟੀਟਿਊਟ ਕਰ ਲੈਂਦੇ ਹਾਂ ਪੀ ਈ ਦੇ ਵਿੱਚ। ਸੋ ਪੀ ਈ ਓਵਰ ਈ ਕਿਊ ਚੈੱਕ ਕਰਦੇ ਹਾਂ ਅਸੀਂ, ਪੀ ਈ ਇਜ਼ 3.9, ਪੀ ਈ ਓਵਰ ਈ ਕਿਊ ਕੀ ਬਣੇਗਾ, ਈ ਕਿਊ ਇਜ਼ 3 ਸੈਂਟੀਮੀਟਰ। ਸੋ ਇਹ ਡੈਸੀਮਲ ਜਿਹੜਾ ਮੈਂ ਇਸ ਦਾ ਰਿਮੂਵ ਕਰ ਲੈਣਾ, 3.9 ਹੈ, ਡੈਸੀਮਲ ਤੋਂ ਬਾਅਦ ਸਿੰਗਲ ਡਿਜਿਟ ਹੈ। ਸੋ ਇਸ ਸਿੰਗਲ ਡਿਜਿਟ ਦੇ ਲਈ ਨੀਚੇ ਕੀ ਲੱਗੇਗੀ, 0, 30 ਬਣ ਜਾਏਗਾ। ਸੋ ਇਹ ਦੋਨੋਂ ਜੋ ਨੰਬਰ ਨੇ ਇਹ 3 ਦੇ ਟੇਬਲ 'ਤੇ ਕੈਂਸਲ ਆਊਟ ਹੁੰਦੇ ਨੇ, 10 ਤੀਏ 30 ਅਤੇ 13 ਤੀਏ 39। ਸੋ ਰੇਸ਼ੋ ਕੀ ਬਣਦੀ ਹੈ, 13/10। ਇਸੇ ਤਰ੍ਹਾਂ ਅਸੀਂ ਦੂਸਰੀ ਰੇਸ਼ੋ ਜਿਹੜੀ ਹੈ ਪੀ ਐਫ ਓਵਰ ਐਫ ਆਰ, ਇਸ ਨੂੰ ਕੈਲਕੂਲੇਟ ਕਰ ਲੈਂਦੇ ਹਾਂ। ਸੋ ਪੀ ਐਫ ਓਵਰ ਐਫ ਆਰ, ਸੋ ਪੀ ਐਫ ਸਾਨੂੰ 3.6 ਗਿਵਨ ਹੈ, ਐਫ ਆਰ ਸਾਨੂੰ 2.4 ਗਿਵਨ ਹੈ। ਸੋ ਨੈਕਸਟ ਸਟੈਪ ਦੇ ਵਿੱਚ ਅਸੀਂ ਇਹਨਾਂ ਦੇ ਡੈਸੀਮਲ ਜਿਹੜੇ ਨੇ ਉਹ ਰਿਮੂਵ ਕਰ ਲੈਂਦੇ ਹਾਂ। 36 ਦੇ ਲਈ 10 ਨੀਚੇ ਆਏਗਾ ਕਿਉਂਕਿ ਡੈਸੀਮਲ ਤੋਂ ਬਾਅਦ ਸਿੰਗਲ ਡਿਜਿਟ ਹੈ, ਉਸ ਦੇ ਲਈ 10 ਆਏਗੀ। ਇਸੇ ਤਰ੍ਹਾਂ 2.4 ਦੈਟ ਇਜ਼ 24, ਇਸ ਦੇ ਲਈ ਉੱਪਰ ਵੱਲ ਅਸੀਂ ਡੈਸੀਮਲ ਤੋਂ ਬਾਅਦ ਸਿੰਗਲ ਡਿਜਿਟ ਦੇ ਲਈ ਅਸੀਂ 1 0 ਯੂਜ਼ ਕਰਦੇ ਹਾਂ, ਉੱਪਰ 10 ਆਏਗਾ। ਸੋ 10 ਕੈਂਸਲਸ ਆਊਟ। ਸੋ 36 ਅਤੇ 24, 36 ਐਂਡ 24 ਜਿਹੜੇ ਨੇ ਇਹ 12 ਦੇ ਟੇਬਲ 'ਤੇ ਕੈਂਸਲ ਆਊਟ ਹੁੰਦੇ ਨੇ। 12 3 ਇਜ਼ 36, 12 2 ਇਜ਼ 24। ਸੋ ਇਹ ਰੇਸ਼ੋ ਬਣਦੀ ਹੈ 3/2। ਸੋ ਹੁਣ ਤੁਸੀਂ ਚੈੱਕ ਕਰ ਸਕਦੇ ਹੋ, ਇਹ ਰੇਸ਼ੋ ਸਾਡੇ ਪਾਸ 13/10 ਹੈ, ਇਹ ਰੇਸ਼ੋ ਸਾਡੇ ਪਾਸ 3/2 ਹੈ। ਕੀ ਇਹ ਰੇਸ਼ੋਜ਼ ਬਰਾਬਰ ਨੇ? ਨੋ, ਨਹੀਂ ਬਰਾਬਰ। ਅਸੀਂ ਡਾਇਰੈਕਟਲੀ ਦੇਖ ਰਹੇ ਹਾਂ ਨਹੀਂ ਬਰਾਬਰ ਨੇ। ਈਵਨ ਅਸੀਂ ਇਹਨਾਂ ਨੂੰ ਕ੍ਰੋਸ ਮਲਟੀਪਲਾਈ ਕਰਕੇ ਵੀ ਚੈੱਕ ਕਰ ਸਕਦੇ ਹਾਂ, ਲਾਈਕ 13/10 ਕੀ ਇਹ ਬਰਾਬਰ ਹੈ 3/2 ਦੇ। ਜੇਕਰ ਇੱਥੋਂ ਤੁਸੀਂ ਕੈਲਕੂਲੇਟ ਨਹੀਂ ਕਰ ਪਾਉਂਦੇ ਤਾਂ ਤੁਸੀਂ ਕ੍ਰੋਸ ਮਲਟੀਪਲਾਈ ਕਰ ਸਕਦੇ ਹੋ। 13 ਦੂਣੀ 26, that is 13 into 2 is 26, 10 into 3 is 30। so these are not equal। ਜੇਕਰ ਰੇਸ਼ੋ ਬਰਾਬਰ ਨਹੀਂ ਹੈ then the lines are not parallel। ਲਾਈਨਾਂ ਜਿਹੜੀਆਂ ਨੇ ਉਹ ਸਮਾਨਾਂਤਰ ਨਹੀਂ ਨੇ। EF is not parallel, EF QR ਦੇ ਸਮਾਨਾਂਤਰ ਨਹੀਂ ਹੈ, not parallel। EF is not parallel to QR। ਇਸੇ ਤਰ੍ਹਾਂ ਬਾਕੀ ਦੇ ਦੋਨੋਂ ਕੇਸ ਜਿਹੜੇ ਨੇ ਤੁਸੀਂ ਚੈੱਕ ਕਰ ਸਕਦੇ ਹੋ। ਇਹਦੇ ਵਿੱਚ ਸਾਨੂੰ PE ਅਤੇ QE ਗਿਵਨ ਹੈ, PF ਗਿਵਨ ਹੈ, RF ਗਿਵਨ ਹੈ। ਸੋ ਅਸੀਂ ਸੇਮ ਕੇਸ ਕੁਐਸਚਨ ਨੰਬਰ 2 ਦੇ ਸੈਕੰਡ ਪਾਰਟ ਦੇ ਲਈ ਵੀ ਡਿਸਕਸ ਕਰ ਸਕਦੇ ਹਾਂ। ਸੋ ਵੀ ਅਸੀਂ ਡਿਸਕਸ ਕਰ ਲੈਂਦੇ ਹਾਂ। ਸੋ ਪਾਰਟ 2 ਦੇ ਲਈ ਵੀ ਅਸੀਂ PE ਓਵਰ EQ, ਸੈਕੰਡ ਪਾਰਟ ਦੇ ਲਈ ਅਸੀਂ ਕੀ ਚੈੱਕ ਕਰਨਾ ਹੈ, PE ਓਵਰ EQ ਕੈਲਕੂਲੇਟ ਕਰਨਾ ਹੈ। ਇਸੇ ਤਰ੍ਹਾਂ ਦੂਸਰਾ ਅਸੀਂ ਕੈਲਕੂਲੇਟ ਕਰਨਾ ਹੈ PF ਓਵਰ FR। ਸੋ PE ਇੱਥੇ ਸਾਨੂੰ ਕਿੰਨਾ ਗਿਵਨ ਹੈ ਸੈਕੰਡ ਪਾਰਟ ਦੇ ਵਿੱਚ, 4 ਸੈਂਟੀਮੀਟਰ। EQ ਜਾਂ QE ਇਹ ਕਿੰਨਾ ਗਿਵਨ ਹੈ, 4.5 ਸੈਂਟੀਮੀਟਰ। ਸੋ ਨੈਕਸਟ ਸਟੈਪ ਦੇ ਵਿੱਚ ਅਸੀਂ ਇਸ ਦਾ ਜੋ ਡੈਸੀਮਲ ਹੈ ਇਸ ਨੂੰ ਰਿਮੂਵ ਕਰ ਲੈਂਦੇ ਹਾਂ। ਡੈਸੀਮਲ ਕੀ ਹੈ, ਨੀਚੇ ਹੈ, ਤਾਂ ਡੈਸੀਮਲ ਨੂੰ ਰਿਮੂਵ ਕਰਨ ਤੋਂ ਬਾਅਦ ਜੋ ਡੈਸੀਮਲ ਤੋਂ ਬਾਅਦ ਡਿਜਿਟ ਹੈ ਸਿੰਗਲ ਡਿਜਿਟ ਹੈ, ਇਸ ਦੇ ਲਈ ਅਸੀਂ 1 0 ਲਗਾਉਣੀ ਹੈ, 10 ਲਗਾਉਣਾ ਹੈ, ਤਾਂ ਅਸੀਂ ਉੱਪਰ ਵੱਲ ਲਗਾ ਦਾਂਗੇ 4 0 40। ਸੋ ਇਹ ਜੋ ਟਰਮ ਹੈ ਇਹ 5 ਤੇ ਕੈਂਸਲ ਆਊਟ ਹੋ ਰਹੀ ਹੈ। 5 8 ਇਜ਼ 40, 5 9 ਇਜ਼ 45, 5 8 40 ਅਤੇ 5 9 45। ਸੋ PE ਓਵਰ EQ ਸਾਡੇ ਪਾਸ ਕੀ ਆ ਗਿਆ ਹੈ, 8/9। ਇਸੇ ਤਰ੍ਹਾਂ ਅਸੀਂ PF ਓਵਰ FR ਜਿਹੜਾ ਉਹ ਕੈਲਕੂਲੇਟ ਕਰ ਲੈਂਦੇ ਹਾਂ। PF ਸਾਨੂੰ ਗਿਵਨ ਹੈ 8 ਅਤੇ RF ਗਿਵਨ ਹੈ ਸਾਨੂੰ 9। ਸੋ PF ਸਾਡੇ ਪਾਸ ਕੀ ਹੈ 8 ਅਤੇ FR ਸਾਡੇ ਪਾਸ ਕੀ ਹੈ 9। ਸੋ ਜੇਕਰ ਮੈਂ ਧਿਆਨ ਨਾਲ ਦੇਖਾਂ ਇਹ ਵਾਲੀ ਰੇਸ਼ੋ ਅਤੇ ਇਹ ਵਾਲੀ ਰੇਸ਼ੋ ਸੇਮ ਹੈ, ਭਾਵ PE ਓਵਰ EQ is equal to PF over FR। ਤਾਂ by Thales theorem, by converse of Thales theorem, the lines are
parallel. So by converse of Thales theorem ਦੇ ਉਲਟ ਅਨੁਸਾਰ ਲਾਈਨ ਜਿਹੜੀ ਸਾਡੇ ਪਾਸ that is EF parallel QR. ਸੋ EF ਜਿਹੜੀ ਆ ਉਹ QR ਦੇ ਪੈਰਲਲ ਹੈ। ਇਸੇ ਤਰ੍ਹਾਂ ਅਸੀਂ ਲਾਸਟ ਪਾਰਟ ਜਿਹੜਾ ਹੈ ਪਾਰਟ 3 ਉਸ ਦੇ ਵਿੱਚ ਵੀ ਅਸੀਂ PE over EQ ਕੈਲਕੂਲੇਟ ਕਰ ਲੈਂਦੇ ਹਾਂ। ਸੋ ਸਾਨੂੰ PE ਗਿਵਨ ਹੈ ਬਟ ਸਾਡੇ ਪਾਸ EQ ਜਿਹੜੀ ਹੈ ਉਹ ਨਹੀਂ ਹੈ ਇਸ ਕੁਐਸਚਨ ਦੇ ਵਿੱਚ, PQ ਹੈ। ਸੋ ਅਸੀਂ PQ ਫਾਈਂਡ ਕਰ ਸਕਦੇ ਹਾਂ ਜੇਕਰ ਮੈਂ ਗੱਲ ਕਰਾਂ ਇਸ ਟਰਾਈਐਂਗਲ ਦੇ ਵਿੱਚ ਸਪੋਜ਼, ਕਿਉਂਕਿ ਪਾਰਟ 3 ਦੇ ਵਿੱਚ ਸਾਨੂੰ PE ਗਿਵਨ ਹੈ। ਸਪੋਜ਼ ਇਹ E ਹੈ ਅਤੇ ਇਹ ਸਾਡੇ ਪਾਸ F ਹੈ, ਇਹ P ਹੈ, ਇਹ Q ਹੈ, ਇਹ R ਹੈ। PE ਮੇਰੇ ਪਾਸ ਗਿਵਨ ਹੈ 0.18। ਇਸੇ ਤਰ੍ਹਾਂ PF ਜੋ ਹੈ ਉਹ ਗਿਵਨ ਹੈ 0.36। PQ ਇਹ ਮੈਨੂੰ ਸਾਰੀ ਲਾਈਨ ਗਿਵਨ ਹੈ ਇੱਥੋਂ ਲੈ ਕੇ ਇੱਥੇ ਤੱਕ ਦੈਟ ਇਜ਼ 1.28। ਇਸੇ ਤਰ੍ਹਾਂ P ਤੋਂ ਲੈ ਕੇ R ਤੱਕ ਗਿਵਨ ਹੈ 2.56। ਸੋ ਜੇਕਰ ਮੈਂ ਥੇਲਸ ਥਿਊਰਮ ਦੀ ਗੱਲ ਕਰਾਂ ਤਾਂ ਥੇਲਸ ਥਿਊਰਮ ਦੇ ਵਿੱਚ ਅਸੀਂ ਕੋਰਸਪੋਂਡਿੰਗ ਰੇਸ਼ੋਜ਼ ਲੈਂਦੇ ਹਾਂ PE over EQ। ਬਟ ਜੇਕਰ ਮੈਂ ਇਸ ਸਾਈਡ PE over PQ ਭਾਵ ਛੋਟੇ ਪੋਰਸ਼ਨ ਦੇ ਉੱਪਰ ਕੰਪਲੀਟ ਪੋਰਸ਼ਨ ਲੈ ਲਵਾਂ, ਉਸੇ ਤਰ੍ਹਾਂ ਰਾਈਟ ਸਾਈਡ ਦੇ ਵਿੱਚ PF over PR ਲੈ ਲਵਾਂ, ਇਹ ਵੀ ਇੱਕ ਵੈਲਿਡ ਰਿਜ਼ਲਟ ਹੈ ਥੇਲਸ ਥਿਊਰਮ ਦਾ ਹੀ। ਤਾਂ ਅਸੀਂ ਇਸ ਦੇ ਵਿੱਚ ਡਾਇਰੈਕਟਲੀ ਬਜਾਏ ਇਸ ਦੇ ਕਿ ਮੈਂ PE ਨੂੰ ਮਾਈਨਸ ਕਰਾਂ PQ ਦੇ ਵਿੱਚੋਂ ਇਹ ਵਾਲਾ ਪੋਰਸ਼ਨ ਫਾਈਂਡ ਕਰਨ ਦੇ ਲਈ ਮੈਂ ਡਾਇਰੈਕਟਲੀ ਰੇਸ਼ੋ ਯੂਜ਼ ਕਰ ਸਕਦਾ ਹਾਂ P ਤੋਂ ਲੈ ਕੇ E ਤੱਕ। ਇਸ ਦੇ ਸਾਹਮਣੇ ਕੀ ਆਏਗਾ P ਤੋਂ ਲੈ ਕੇ F ਤੱਕ ਦੂਸਰੀ ਰੇਸ਼ੋ ਦੇ ਵਿੱਚ। ਇਸ ਸਾਈਡ ਕੀ ਬਣਾ P ਤੋਂ ਲੈ ਕੇ Q, ਤਾਂ ਉਸ ਸਾਈਡ ਅਸੀਂ ਕੀ ਯੂਜ਼ ਕਰਾਂਗੇ P ਤੋਂ ਲੈ ਕੇ R। ਸੋ ਜੋ ਰੇਸ਼ੋ ਇਸ ਸਾਈਡ 'ਤੇ ਲੈਣੀ ਹੈ ਸੇਮ ਰੇਸ਼ੋ ਅਸੀਂ ਦੂਸਰੀ ਸਾਈਡ 'ਤੇ ਲੈਣੀ ਹੈ। ਸੋ ਇਹਦੇ ਨਾਲ ਇਹ ਵਾਲੀ ਜਿਹੜਾ ਰੇਸ਼ੋ ਹੈ ਇਹ ਰਿਜ਼ਲਟ ਹੈ ਜਿਹੜਾ ਉਹ ਵੈਲਿਡ ਹੋ ਜਾਂਦਾ ਹੈ। ਸੋ PE 0.18, PQ 1.28। ਸੋ ਮੈਂ ਇਸ ਦਾ ਡੈਸੀਮਲ ਜਿਹੜਾ ਰਿਮੂਵ ਕਰ ਦਿੰਦਾ 18 over 100। ਕਿਉਂਕਿ ਡੈਸੀਮਲ ਤੋਂ ਬਾਅਦ 2 ਡਿਜਿਟਸ ਨੇ 1.28। ਸੋ ਇਸ ਦਾ ਡੈਸੀਮਲ ਹਟਾ ਲੈਂਦੇ ਹਾਂ ਤਾਂ ਇਸ ਦੇ ਵਾਸਤੇ ਵੀ 100 ਉੱਪਰ ਜਾਏਗਾ ਕਿਉਂਕਿ ਡੈਸੀਮਲ ਤੋਂ ਬਾਅਦ 2 ਡਿਜਿਟਸ ਨੇ। ਸੋ ਜ਼ੀਰੋਜ਼ ਕੈਂਸਲਸ ਆਊਟ। ਸੋ ਮੇਰੇ ਪਾਸ ਕੀ ਰਹਿ ਜਾਂਦਾ ਹੈ 18 over 128। ਸੋ ਇਹ 2 ਦੇ ਟੇਬਲ 'ਤੇ ਕੈਂਸਲ ਆਊਟ ਹੁੰਦੇ ਨੇ। 9 2 is 18 ਅਤੇ ਇਹਦਾ ਹਾਫ ਕੀ ਆਏਗਾ ਸਾਡੇ ਪਾਸ 64। ਸੋ ਇਹ ਫਰਦਰ ਕੈਂਸਲ ਆਊਟ ਨਹੀਂ ਹੋਣਗੇ। ਇਸੇ ਤਰ੍ਹਾਂ PF ਕਿੰਨਾ ਗਿਵਨ ਹੈ ਮੈਨੂੰ 0.36 over ਦੂਸਰਾ ਸਾਡੇ ਪਾਸ ਹੈ PR is 2.56। ਸੋ ਇਹਦਾ ਮੈਂ ਡੈਸੀਮਲ ਰਿਮੂਵ ਕਰ ਦਿੰਦਾ 36। ਡੈਸੀਮਲ ਤੋਂ ਬਾਅਦ 2 ਡਿਜਿਟਸ ਨੇ ਤਾਂ ਨੀਚੇ ਕੀ ਆਏਗਾ 100 ਮਲਟੀਪਲਾਈ 2.56 256 ਬਣ ਜਾਏਗਾ। ਇਸ ਦੇ ਵਿੱਚ ਵੀ ਡੈਸੀਮਲ ਤੋਂ ਬਾਅਦ 2 ਡਿਜਿਟ ਨੇ ਤਾਂ ਉੱਪਰ ਕਿੰਨਾ ਲੱਗੇਗਾ 100। ਸੋ ਜ਼ੀਰੋਜ਼ ਕੈਂਸਲਸ ਆਊਟ। ਸੋ 36 256 ਇਹ ਦੋਨੋਂ 2 ਦੇ ਟੇਬਲ 'ਤੇ ਕੈਂਸਲ ਆਊਟ ਹੁੰਦੇ ਨੇ। 36 ਦਾ ਹਾਫ ਕਿੰਨਾ ਹੋਏਗਾ 18, 256 ਦਾ ਹਾਫ ਹੋਏਗਾ 2 1 is 2, 2 2 is 4, 2 8 is 6। 18/128 ਇਹ ਮੈਚ ਹੁੰਦੀ ਹੈ। ਇਸ ਨੂੰ ਫਰਦਰ ਵੀ ਕੈਂਸਲ ਕਰ ਸਕਦੇ ਹਾਂ 9 over 64। ਸੋ ਕੇ ਰੇਸ਼ੋ ਹੈ ਸਾਡੇ ਪਾਸ, ਇਹ ਕੇ ਰੇਸ਼ੋ ਹੈ। ਸੋ ਦੋਵੇਂ ਰੇਸ਼ੋਜ਼ ਜਿਹੜੀਆਂ ਨੇ ਕੀ ਆਉਂਦੀਆਂ ਨੇ ਸਾਡੇ ਪਾਸ ਸੇਮ ਆ ਰਹੀਆਂ ਨੇ। ਸੋ ਇੱਥੋਂ ਮੈਂ ਲਿਖ ਸਕਦਾ ਹਾਂ ਦੈਟ PF over PR is equal to PE over PQ। that means by the converse of Thales theorem ਇਹੀ ਰੂਲ ਲਾਣਾ ਹੈ ਅਸੀਂ EF line is parallel to QR, hence
प्रूवड। सो जिहड़ा साडा क्वेश्चन नंबर 2 है उत्थे कंप्लीट हो गया। उम्मीद है तुहानूं क्वेश्चन जिहड़ा समझ आया होवेगा। सो इस तो पहलां कि असीं नैक्सट क्वेश्चन नंबर 3 ਵੱਲ मूव होईए, जेकर तुसीं अजे तक मेरे चैनल नूं सबसक्राइब नहीं कीता है प्लीज़ सबसक्राइब माई चैनल, तां कि तुहानूं लेटैसट वीडियोज़ दे जिहड़े रैगूलर अपडेट्स ने वो मिलते रहन। सो इसे वीडियो दे विच असीं क्वेश्चन नंबर 3 भी डिस्कस कर लैंदे आ। सो क्वेश्चन नंबर 3 दे विच सानूं की कहा गया है, इन फिगर 6.18 ये फिगर है साडे पास, LM इज़ पैरेलल टू CB। LM जो लाइन है दैट इज़ पैरेलल टू CB, ये वाली साइड जिहड़ी है इस साइड दे पैरेलल है। LN इज़ पैरेलल टू CD, ये वाली साइड जिहड़ी है इस दे पैरेलल है। प्रूव दैट AM ओवर AB इज़ इक्वल टू AN ओवर AD। सो जदों कदे भी पैरेलल लाइन दा केस तुहाडे कोल आ जांदा है ਤਾਂ ਤੁਹਾਨੂੰ ਉੱਥੋਂ ਹੀ ਸਮਝ ਲੈਣਾ ਚਾਹੀਦਾ, ਅੰਡਰਸਟੈਂਡ ਕਰ ਲੈਣਾ ਚਾਹੀਦਾ ਕਿ ਇਹ ਜਿਹੜਾ ਕੁਐਸਚਨ ਹੈ ਇਹ ਥੇਲਜ਼ ਥਿਊਰਮ ਦੇ ਬੇਸਡ ਹੈ। ਸੋ ਕੁਐਸਚਨ ਦੇ ਵਿੱਚ ਸਾਨੂੰ ਕੀ ਗਿਵਨ ਹੈ, ਗਿਵਨ LM इज़ पैरेलल टू CB ਤੇ ਦੂਸਰਾ LN इज़ पैरेलल टू CD। टू प्रूव सिद्ध की करना है असीं, सिद्ध करो AM ओवर AB इज़ इक्वल टू AN ओवर AD। सो क्वेश्चन स्टार्ट करन तो पहला इस क्वेश्चन दे विच एक ट्रिक है जो कि तुसीं हर क्वेश्चन दे विच यूज़ करना है जदों कदे भी थेल्स थ्योरम दा क्वेश्चन तुहाडे कोल आ जांदा है। जो इदां दे क्वेश्चन हुंदे ने उन्हां दे विच हमेशा एक साइड जिहड़ी आ कॉमन रहिंदी है। लाइक इहदे विच एक ट्राईएंगल बनदी है उपर वल, उस दे विच ये लाइन इस दे पैरेलल है। इसे तरह एक ट्राईएंगल इधर बनदी है, इहदे विच ये लाइन इस दे पैरेलल है ते AC जिहड़ी लाइन है ये दोनों साइड कॉमन है। तां इहदे ते फोकस करके चलना है असीं। दो इक्वेशनस बन गईयां, दोनों दे विच ये साइड आएगी साडे पास। सो पहलां गल करदे हां असीं उपर वाले पोर्शन की, इस सैक्शन की। प्रूफ दे विच इन ट्राईएंगल ABC उपर वाल लेना है, इन ट्राईएंगल ABC त्रिभुज ABC दे विच सो सानू ए वाली जिहड़ी साइड है LM पैरेलल दित्ती गई है BC दे। नीचे वाला जिहड़ा सैक्शन है तुसीं भुल जाओ जे, सिर्फ उपर वाल फोकस करो। सो इस ट्राईएंगल दे विच LM जो पैरेलल है CB दे, ये साइड इस दे पैरेलल हो गई है। तो जो लाइनां पैरेलल ने ट्राईएंगल दे विच तां ओह बाकी दियां जिहड़ियां दो साइड्स ने उहनूं इक्वल रेशो दे विच वंडदी है। थेल्स थ्योरम सानूं यही डिक्टेट करदी है, भाव AM सो बाय थेल्स थ्योरम अनुसार AM ओवर MB इज़ इक्वल टू AL ओवर LC। ਆਪਾਂ फिर तो देख ਲੈਂਦੇ ਹਾਂ, ਇਹ ਵੱਡੀ ਸਾਰੀ ਇੱਕ ਸਾਡੇ ਪਾਸ ट्राईएंगल है, इस दे विच ਇਹ ਜਿਹੜੀ ਸਾਈਡ ਇੱਕ ਅਸੀਂ ਲਾਈਨ ਜਿਹੜੀ ਹੈ ਇਸ ਸਾਈਡ ਦੇ ਪੈਰਲਲ ਡਰਾ ਕੀਤੀ ਹੋਈ ਹੈ। ਤਾਂ ਜਦੋਂ ਕਦੇ ਵੀ ਅਸੀਂ ਇੱਕ ਸਾਈਡ ਦੇ ਪੈਰਲਲ ਲਾਈਨ ਡਰਾ ਕਰਦੇ ਹਾਂ ਤਾਂ ਜਿਹੜੀਆਂ ਰੈਸਟ ਆਫ ਟੂ ਸਾਈਡਸ ਨੇ, ਬਾਕੀ ਦੀਆਂ ਦੋ ਭੁਜਾਵਾਂ ਨੇ, ਉਹਨਾਂ ਨੂੰ ਬਰਾਬਰ ਅਨੁਪਾਤ ਵਿੱਚ ਵੰਡਦੀ ਹੈ। ਸੋ ਦਿਸ ਓਵਰ ਦਿਸ ਮਸਟ ਬੀ ਇਕੁਅਲ ਟੂ ਦਿਸ ਓਵਰ ਦਿਸ। ਸੋ ਇਸੇ ਤਰ੍ਹਾਂ ਇਹ ਸਪੋਜ਼ ਸਾਡਾ ਕੀ ਹੋ ਗਿਆ, ਫਸਟ ਇਕੁਏਸ਼ਨ ਹੋ ਗਈ ਹੈ। ਇਸੇ ਤਰ੍ਹਾਂ ਅਸੀਂ ਨੀਚੇ ਵਾਲੀ ਜਿਹੜੀ ਸਾਡੀ ਟਰਾਈਐਂਗਲ ਹੈ ਇਸ ਦੇ ਵੱਲ ਗੱਲ ਕਰਦੇ ਹਾਂ। ਟਰਾਈਐਂਗਲ ADC ਜੋ ਸਾਡੀ ਨੀਚੇ ਟਰਾਈਐਂਗਲ ਹੈ, ਇਨ ਟਰਾਈਐਂਗਲ त्रिभुज ADC ਵਿੱਚ ਸਾਡੇ ਪਾਸ LN ਪੈਰਲਲ ਹੈ CD ਦੇ, ਇਹ ਸਾਨੂੰ ਗਿਵਨ ਹੈ। LN ਇਜ਼ ਪੈਰਲਲ ਟੂ CD। ਸੋ ਜਦੋਂ ਵੀ ਪੈਰਲਲ ਲਾਈਨ ਦੀ ਗੱਲ ਆ ਗਈ ਤਾਂ ਸਾਡੇ ਪਾਸ ਕਿਹੜੀ ਥਿਊਰਮ ਲਾਗੂ ਹੋਏਗੀ, ਥੇਲਸ ਥਿਊਰਮ। ਸੋ ਬਾਏ ਥੇਲਸ ਥਿਊਰਮ ratios are equal, AN over ND is equal to AL over
LC। ਸੋ ਮੈਂ ਨੀਚੇ ਵਾਲੀ ਤ੍ਰਿਭੁਜ ਦੀ ਗੱਲ ਕੀਤੀ ਹੈ, ਇਸ ਤ੍ਰਿਭੁਜ ਦੀ, ਇਸ ਟਰਾਈਐਂਗਲ ਦੀ। ਇਸ ਦੇ ਵਿੱਚ LN ਜੋ ਹੈ ਇਸ ਦੇ ਪੈਰਲਲ ਹੈ। ਸੋ ਜਦੋਂ ਇਹ ਦੋਨੋਂ ਪੈਰਲਲ ਹੋਣਗੀਆਂ ਤਾਂ ਥੇਲਸ ਨੂੰ ਕੀ ਕਹਿੰਦੀ ਹੈ, ਇਹ ਜਿਹੜੀ ਰੇਸ਼ੋ ਹੈ AN/ND ਇਜ਼ ਇਕੁਅਲ ਟੂ AL/LC। ਸੋ ਦਿਸ ਇਜ਼ 2। ਇਹ ਸਾਡੀਆਂ ਦੋ ਇਕੁਏਸ਼ਨਸ ਬਣ ਗਈਆਂ ਨੇ। ਸੋ ਜੇਕਰ ਮੈਂ ਦੋਵੇਂ ਇਕੁਏਸ਼ਨਸ ਨੂੰ ਕੰਪੇਅਰ ਕਰਾਂ, ਇੱਥੇ ਮੇਰੇ ਪਾਸ AL/LC ਹੈ, ਇਸੇ ਤਰ੍ਹਾਂ ਇੱਥੇ ਵੀ AL/LC ਹੈ। ਸੋ ਇਹਨਾਂ ਕੁਐਸਚਨਾਂ ਦੇ ਵਿੱਚ ਹਮੇਸ਼ਾ ਦੋ ਇਕੁਏਸ਼ਨਸ ਦਾ, ਤਿੰਨ ਇਕੁਏਸ਼ਨਸ ਤੁਹਾਡੇ ਪਾਸ ਬਣਨਗੀਆਂ ਜਿਨ੍ਹਾਂ ਦੇ ਵਿੱਚ ਇੱਕ ਸੈਕਸ਼ਨ ਤੁਹਾਡਾ ਕੀ ਆਏਗਾ, ਕਾਮਨ ਆਏਗਾ। ਸੋ ਜੇਕਰ AM/MB ਇਸ ਦੇ ਇਕੁਅਲ ਹੈ, ਇਸੇ ਤਰ੍ਹਾਂ AN/ND ਵੀ ਇਸ ਦੇ ਇਕੁਅਲ ਹੈ। ਫਰੋਮ 1 ਐਂਡ 2, 1 ਅਤੇ 2 ਤੋਂ, ਫਰੋਮ 1 ਐਂਡ 2। ਜੇਕਰ ਸੱਜਾ ਪਾਸਾ ਬਰਾਬਰ ਹੈ ਤਾਂ ਖੱਬਾ ਪਾਸਾ ਵੀ ਕੀ ਹੋਏਗਾ, ਬਰਾਬਰ ਹੋਏਗਾ। ਸੋ AM/MB ਇਜ਼ ਇਕੁਅਲ ਟੂ AN/ND। ਸੋ ਇਹੀ ਅਸੀਂ ਪ੍ਰੂਵ ਕਰਨਾ ਸੀ। ਸੋ ਅਸੀਂ ਆਪਣੇ ਪ੍ਰੂਫ ਦੇ ਬਿਲਕੁਲ ਨੇੜੇ ਪਹੁੰਚ ਗਏ ਹਾਂ। AM/MB, ਪਰ ਮੇਰੇ ਪਾਸ ਕੀ ਆ ਰਿਹਾ ਹੈ, AM/AB। ਇਸੇ ਤਰ੍ਹਾਂ AN/AD, ਇੱਧਰ ਮੇਰੇ ਪਾਸ ਇਹ ਆ ਰਿਹਾ AN/ND। ਸੋ ਮੈਂ ਪਹਿਲਾਂ ਇਹਨਾਂ ਦਾ ਕੀ ਲੈ ਲੈਣਾ ਹੈ, ਰੈਸੀਪ੍ਰੋਕਲ। ਉਸ ਦਾ ਰੀਜ਼ਨ ਮੈਂ ਅੱਗੇ ਡਿਸਕਸ ਕਰਾਂਗਾ ਤੁਹਾਡੇ ਨਾਲ ਵੀ ਇਹਦਾ ਰੈਸੀਪ੍ਰੋਕਲ ਅਸੀਂ ਕਿਉਂ ਲੈਣਾ ਹੈ। ਸੋ ਜੋ ਰੈਸੀਪ੍ਰੋਕਲ ਹੈ ਉਹ ਮੈਂ ਲਿਖ ਲਿਆ ਹੈ, MB/AM ਇਜ਼ ਇਕੁਅਲ ਟੂ ND/AN। ਦੋਨੋਂ ਸਾਈਡਸ ਨੂੰ ਮੈਂ ਕੀ ਕਰ ਲਿਆ ਹੈ, ਕਨਵਰਟ ਕਰ ਲਿਆ, ਉਲਟਾ ਲਿਆ ਹੈ। ਸੋ ਇਹ ਰੈਸੀਪ੍ਰੋਕਲ ਲੈ ਲਿਆ ਹੈ। ਸੋ ਇਸ ਦੇ ਵਿੱਚ ਮੈਂ ਕੀ ਕਰਨਾ ਹੈ, ਦੋਨੋਂ ਸਾਈਡ 1 ਜਿਹੜਾ ਹੈ ਉਹ ਐਡ ਕਰ ਦੇਣਾ ਹੈ। ਉਸ ਦਾ ਰੀਜ਼ਨ ਕੀ ਹੈ, ਜਦੋਂ ਮੈਂ ਇਸ ਦੇ ਵਿੱਚ ਬਟਰਫਲਾਈ ਮੈਥਡ ਯੂਜ਼ ਕਰਕੇ ਇਹਨਾਂ ਨੂੰ ਐਡ ਕਰਾਂਗਾ, ਲਾਈਕ ਦਿਸ ਵਨ। ਸੋ 1 ਦੇ ਨੀਚੇ ਕੀ ਹੁੰਦਾ, 1, ਦੈਟ ਇਜ਼। ਸੋ MB, ਇੱਥੇ ਜਦੋਂ AM ਜਾਏਗਾ ਤਾਂ MB ਪਲੱਸ AM ਕੀ ਬਣ ਜਾਏਗਾ, AB। ਸੋ ਇੱਥੇ ਬਟਰਫਲਾਈ ਮੈਥਡ ਲਗਾ ਕੇ ਅਸੀਂ ਇਸ ਨੂੰ ਐਡ ਕਰ ਲੈਂਦੇ ਹਾਂ। ਓਵਰ AM/1 ਇਜ਼ AM। ਸੋ ਨੀਚੇ ਸਾਡੇ ਪਾਸ ਜੋ ਸਾਨੂੰ ਚਾਹੀਦਾ ਹੈ AM ਰਹਿ ਜਾਏਗਾ। ਇਸੇ ਤਰ੍ਹਾਂ ND ਪਲੱਸ, ਇੱਥੇ ਵੀ ਬਟਰਫਲਾਈ ਮੈਥਡ ਯੂਜ਼ ਕਰਾਂਗੇ ਅਸੀਂ, AN/AN। ਸੋ MB ਪਲੱਸ AM, ਇਹ ਕੀ ਬਣ ਜਾਏਗਾ, AB/AM। ਇਸੇ ਤਰ੍ਹਾਂ ND ਪਲੱਸ AN, ਇਹ ਕੀ ਬਣੇਗਾ, AD/AN। ਸੋ ਸਾਡੇ ਪਾਸ ਇਹ ਜੋ ਸਾਨੂੰ ਚਾਹੀਦਾ ਸੀ, ਇਸ ਦਾ ਸਾਡੇ ਪਾਸ ਉਲਟ ਆ ਰਿਹਾ ਹੈ। ਤਾਂ ਮੈਂ ਫਿਰ ਤੋਂ ਇਸ ਦਾ ਕੀ ਲੈ ਲੈਣਾ ਹੈ, ਟੇਕਿੰਗ ਰੈਸੀਪ੍ਰੋਕਲ। ਉਲਟ ਕ੍ਰਮ ਲੈਣ 'ਤੇ ਇਹ ਕੀ ਬਣ ਜਾਏਗਾ, AM/AB ਇਜ਼ ਇਕੁਅਲ ਟੂ AN/AD। ਸੋ ਇੱਥੇ ਅਸੀਂ ਕੀ ਲਿਆ ਹੈ, ਉਲਟ ਕ੍ਰਮ ਲੈਣ 'ਤੇ। ਤਾਂ ਸਾਡੇ ਪਾਸ ਜੋ ਸਾਡੀ ਰਿਕੁਆਇਰਡ ਸੀ ਉਹ ਆ ਗਿਆ ਹੈ, ਹੈਂਸ ਪ੍ਰੂਵਡ, ਸਿੱਧ ਕੀਤਾ। ਸੋ ਆਮ ਕਰਕੇ ਪੇਪਰ ਦੇ ਵਿੱਚ ਸਾਡੇ ਪਾਸ ਇਹ ਵਾਲੀ ਕੰਡੀਸ਼ਨ ਪ੍ਰੂਵ ਕਰਨੀ ਨਹੀਂ ਆਉਂਦੀ ਹੈ। ਜੋ ਸਾਡਾ ਕੁਐਸਚਨ ਆਉਂਦਾ ਹੈ ਉਹ ਸਾਡੇ ਪਾਸ ਇੱਥੇ ਤੱਕ ਹੀ ਆਉਂਦਾ ਹੈ, ਦੈਟ ਇਜ਼ AM/MB ਇਜ਼ ਇਕੁਅਲ ਟੂ AN/ND। ਜੋ ਪੇਪਰ ਦੇ ਵਿੱਚ, ਬੋਰਡ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ, ਆਮ ਕਰਕੇ ਇਸੇ ਸਟੈਪ ਤੱਕ ਪੁੱਛਿਆ ਜਾਂਦਾ ਹੈ। ਸੋ ਉਮੀਦ ਹੈ ਜਿਹੜਾ ਕੁਐਸਚਨ ਹੈ ਤੁਹਾਨੂੰ ਸਮਝ ਆਇਆ ਹੋਵੇਗਾ। ਨੈਕਸਟ ਵੀਡੀਓ ਦੇ ਵਿੱਚ ਅਸੀਂ 6.2 ਐਕਸਰਸਾਈਜ਼ ਦੇ ਜਿੰਨੇ ਵੀ ਪਾਰਟਸ ਰਹਿ ਗਏ ਨੇ, ਸਾਡੇ ਕੁਐਸਚਨ ਰਹਿ ਗਏ ਨੇ, ਉਹ ਡਿਸਕਸ ਕਰਾਂਗੇ। ਜੇਕਰ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਪਲੀਜ਼ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਹੋਰ ਵੀ ਵਧੇਰੇ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਚੈਨਲ 'ਤੇ ਆਉਣ ਲਈ ਧੰਨਵਾਦ।